मेरे को मेरे किसी रेजिडेंट ने दसिया कि हस्बैंड वाइफ टॉयलेट यूज किया सेक्टर 17 का, और जब सेक्टर 17 का उन्होंने टॉयलेट यूज किया, हस्बैंड बाहर आए तो उन्होंने तो पैसे नहीं मंगे गए, पर जब उन्होंने वाइफ तो पैसे मंगे गए, वो 5 रुपये, 2 रुपये भी नहीं, 5 रुपये। तो उन्होंने बोला किससे लेते हैं यूरिनेशन, कहते हैं यूरिनेशन तो मेरे हस्बैंड ने भी किया, उनका फ्री है, तो आप मेरे से क्यों ले रहे हैं। राइट टू इक्वेलिटी जो है इन्फ्रिंजमेंट ऑफ कॉन्स्टिट्यूशनल राइट है। राइट टू इक्वेलिटी की बात की जाती है कि आदमी और औरत के बीच में कोई वो नहीं है आपस में, और वो एक बराबर हैं, इक्वल है। पर अनफॉर्चुनेटली चंडीगढ़ के अंदर यूरिन करने के लिए आदमी को पैसा नहीं देना और महिलाओं को पैसा देना पड़ रहा है, तो ये बहुत बड़ा मुद्दा। अब देखिए पब्लिक टॉयलेट कब से चल रहे हैं, ਬਰਾਬਰੀ ਕਿੱਥੇ ਕਰਾਉਣੀ ਹੈ ਤੁਸੀਂ ਵਾਸ਼ਰੂਮਾਂ 'ਚ ਭੇਦਭਾਵ ਕਰਤਾ भेदभाव करता बिल्कुल। ਹੁਣ 1997 ਚ ਕਾਰਪੋਰੇਸ਼ਨ ਬਣੀ ਹੋਈ ਹੈ, 2022 ਖੜਾ ਹੈ, and this issue is coming after 20-25 years, 25 ਸਾਲਾਂ ਬਾਅਦ ਇਹ ਇਸ਼ੂ ਆ ਰਿਹਾ। ਮੈਨੂੰ ਲੱਗਿਆ WCC ਹੈ ਕੀ ਹੈ। ਫਿਰ ਮੈਂ ਰਿਸਰਚ ਕੀਤੀ, ਮੇਰੀ ਟੀਮ ਨੇ ਰਿਸਰਚ ਕੀਤੀ, ਫਿਰ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਗਵਰਨਮੈਂਟ ਆਫ ਇੰਡੀਆ ਨੇ ਐਡਵਾਈਜ਼ਰੀ ਕੀਤੀ ਸੀ, ਇਹ ਐਡਵਾਈਜ਼ਰੀ ਔਨ ਪਬਲਿਕ ਐਂਡ ਕਮਿਊਨਿਟੀ ਟਾਇਲਟਸ, ਪੀਟੀ ਕਹਿੰਦੇ ਆ ਪਬਲਿਕ ਟਾਇਲਟ ਨੂੰ, ਕਮਿਊਨਿਟੀ ਟਾਇਲਟ ਸੀਟੀ ਕਹਿੰਦੇ ਆ। ਫਿਰ ਇਹਦੇ ਵਿੱਚ ਡੈਫੀਨੇਸ਼ਨ ਇਹਨਾਂ ਨੇ ਕਲੀਅਰ ਕੀਤੀ ਕਿ ਡੈਫੀਨੇਸ਼ਨ ਇਹਦੀ ਕੀ ਹੈ। WC ਦੇ ਬਾਰੇ ਇੱਥੇ ਲਿਖਿਆ ਹੋਇਆ ਹੈ ਵਾਟਰ ਕਲੋਜ਼ਟ, ਫਲਸ਼ ਟਾਇਲਟ। ਅਨਫੋਰਚੂਨੇਟਲੀ 47 ਤੋਂ ਲੈ ਕੇ 2022 ਤੱਕ ਸਾਡੀ ਲੇਡੀਜ਼ ਤੋਂ ਯੂਰੀਨੇਸ਼ਨ ਦੇ ਪੈਸੇ ਇਸ ਲਈ ਲਿੱਤੇ ਗਏ, ਮੈਂ ਦੇਸੀ ਭਾਸ਼ਾ 'ਚ ਗੱਲ ਕਰ ਰਿਹਾ, ਯੂਰੀਨੇਸ਼ਨ ਮਤਲਬ ਪਿਸ਼ਾਬ ਦੀ ਗੱਲ ਕਰ ਰਿਹਾ, ਕਿ ਆਦਮੀ ਜਿਹੜਾ ਪਿਸ਼ਾਬ ਕਰੂਗਾ ਤਾਂ 1 ਰੁਪਿਆ ਨਹੀਂ ਦਊਗਾ, ਜਨਾਨੀਆਂ ਪਿਸ਼ਾਬ ਕਰਨਗੀਆਂ ਤਾਂ ਉਹਨਾਂ ਨੂੰ ਪੈਸੇ ਦੇਣੇ ਪੈਣਗੇ, ਕਿਉਂਕਿ ਉਹ ਫਲਸ਼ ਟਾਇਲਟ ਨੂੰ ਯੂਜ਼ ਕਰਦੇ। ਕਿ ਹੁਣ ਅਗਰ ਕਿਸੇ ਵੀ ਕਾਰਪੋਰੇਸ਼ਨ ਦੇ ਪਬਲਿਕ ਟਾਇਲਟ ਜਾਂ ਕਮਿਊਨਿਟੀ ਟਾਇਲਟ ਨੂੰ ਤੁਸੀਂ ਯੂਜ਼ ਕਰਦੇ ਹੋ, ਚਾਹੇ ਮਾਰਕੀਟ ਵਿੱਚ ਯੂਜ਼ ਕਰਦੇ ਹੋ, ਚਾਹੇ ਤੁਸੀਂ ਆਪਣੇ ਗਾਰਡਨਸ ਵਿੱਚ ਯੂਜ਼ ਕਰਦੇ ਹੋ, ਪਾਰਕਸ ਵਿੱਚ ਯੂਜ਼ ਕਰਦੇ ਹੋ, ਤੁਹਾਨੂੰ 1 ਰੁਪਿਆ ਯੂਰੀਨੇਸ਼ਨ ਦਾ ਨਹੀਂ ਦੇਣਾ। और यूरिनेशन से चार्जेस भी देते गए हैं, नॉट फॉर यूरिनेशन, फॉर एक्सक्रीशन, फॉर टॉयलेट आल्सो। वो 2 रुपए है, 5 रुपए तो है ही नहीं कदे। ये देखिए 2 लिखा है, 5 रुपया सिर्फ नाम का है। और मैनू हुण पता लग गया जब मैं मुद्दा चक्या, ਕਈ ਕਹਿੰਦੇ 10 ਦੇਈ ਜਾਂਦੇ ਨੇ। बिल्कुल, और मैनू दस्या कि कहते जी तुसीं 10 कह रहे हो, मैनू तो पता लग गया है कि बस स्टैंड के अंदर तो कहते 10 रुपए तो 20 रुपए दे रहे हैं ਅਸੀਂ, 20 रुपए नाम दे, 10 रुपए टॉयलेट दे, ਕਿਉਂਕਿ ਇਹ ਚੀਜ਼ ਦੀ ਨਾ ਤਾਂ ਕੋਈ ਰਸੀਦ ਦਿੰਦਾ ਨਾ ਕੋਈ ਮੰਗਦਾ। ਸਤਿ ਸ਼੍ਰੀ ਅਕਾਲ। ਇੱਕ ਅੱਜ ਗੱਲ ਕਰਾਂਗੇ ਉਹ ਸਮਾਜਿਕ ਮਸਲੇ ਦੀ ਗੱਲ ਕਹਿ ਲਓ ਜਾਂ ਫਿਰ ਕਹਿ ਲਓ ਕਿ ਹਰ ਕਿਸੇ ਨੂੰ ਉਹ ਮੁੱਦੇ ਤੇ ਲੋੜ ਪੈਂਦੀ ਆ। ਮੁੱਦਾ ਨਹੀਂ, ਖੈਰ ਗੱਲ ਇਹ ਆ ਸਾਡੀ ਜ਼ਰੂਰਤ ਆ। ਕਿਤੇ ਵੀ ਕੋਈ ਜਾਂਦਾ ਹੈ, ਤੁਹਾਨੂੰ ਵਾਸ਼ਰੂਮ ਯੂਜ਼ ਹੈ ਜਿਹੜਾ ਕਰਨ ਵਾਸਤੇ ਕਿਤੇ ਨਾ ਕਿਤੇ ਜਾਣਾ ਪੈਂਦਾ ਹੈ। ਦਫ਼ਤਰਾਂ ਜਗ੍ਹਾ ਹੋਵੇ ਵੱਖਰੀ ਗੱਲ ਹੁੰਦੀ ਹੈ, ਜਦੋਂ ਅਸੀਂ ਮਾਰਕੀਟਾਂ 'ਚ ਜਾਂਦੇ ਹਾਂ ਤਾਂ ਪਬਲਿਕ ਟਾਇਲਟਸ ਦੇਖੇ ਜਾਂਦੇ ਨੇ। ਜੈਂਟਸ ਜਦੋਂ ਵਾਸ਼ਰੂਮ ਜਾਂਦੇ ਨੇਗੇ, ਬਾਥਰੂਮ ਕਰਦੇ ਨੇ ਤਾਂ ਉਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ। ਦੂਜੇ ਪਾਸੇ ਮਹਿਲਾਵਾਂ ਜਦੋਂ ਜਾਂਦੀਆਂ ਨੇ, ਉਹ ਚਾਹੇ ਸਿਰਫ ਬਾਥਰੂਮ ਜਾਣ ਜਾਂ ਫਲਸ਼ ਨੂੰ ਯੂਜ਼ ਕਰਨ ਜਾਂ ਨਾ ਕਰਨ, ਪਰ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਨੇ। ਇਹ ਮਸਲਾ ਭਾਵੇਂ ਛੋਟਾ ਪਰ ਹਰ ਕਿਸੇ ਦੇ ਨਾਲ ਜੁੜਿਆ ਹੋਇਆ, ਤੇ ਇਹਦਾ ਰੌਲਾ ਵੀ ਪੈਂਦਾ MC ਦੇ ਵਿੱਚ ਦੇਖਿਆ ਗਿਆ। ਕਾਰਨ ਕੀ ਸੀਗਾ ਕਿ ਆਖਰਕਾਰ ਜਦੋਂ ਸੈਂਟਰ ਦਾ ਪ੍ਰਚਾਰ ਕਰਦਾ, ਜੇ ਕਹੀਏ ਥੱਕਦਾ ਨਹੀਂ ਹੈਗਾ, ਐਡੀ ਐਡੀ ਐਡਵਰਟਾਈਜ਼ਮੈਂਟ ਦੇਤੀ, ਫ੍ਰੀ ਸ਼ੌਚਾਲਿਆ ਬਣਾਉਣ ਤੱਕ ਦੀਆਂ ਸਕੀਮਾਂ ਆ ਗਈਆਂ, ਪਰ ਉਹੀ ਕੇਂਦਰ ਸ਼ਾਸਿਤ ਜੇ ਕਿਹਾ ਜਾਵੇ ਚੰਡੀਗੜ੍ਹ ਦੇ ਵਿੱਚ ਜਦੋਂ ਕੋਈ ਮਹਿਲਾ ਕਿਤੇ ਵਾਸ਼ਰੂਮ ਯੂਜ਼ ਕਰਨ ਜਾਂਦੀ ਹੈ ਤਾਂ ਉਹਨੂੰ 2 ਰੁਪਏ ਕਿਹਾ ਜਾਂਦਾ, ਪਰ ਆਮੂਮਨ ਤੌਰ ਤੇ 5-10 ਰੁਪਏ ਦੇਣੇ ਪੈਂਦੇ ਨੇ। ਤਾਂ ਕੀ ਕੋਈ ਮੰਗ ਸਕਦਾ? ਸਾਡੇ ਨਾਲ ਸੌਰਵ ਜੋਸ਼ੀ ਨੇ ਮਸਲਾ ਇਹਨਾਂ ਨੇ ਚੱਕਿਆ ਸੀਗਾ। ਜੋਸ਼ੀ, ਦੇਖਿਆ ਜਾਵੇ ਮਸਲਾ ਚੱਕਿਆ, ਲੋਕ ਵੈਸੇ ਆਪਸ 'ਚ ਸਲਾਹ ਕਰਦੇ ਹੁੰਦੇ, ਅਸੀਂ ਵੀ ਕਈ ਵਾਰ ਗੱਲਬਾਤ ਕਰੀ ਹੈ ਵੀ ਕੇਂਦਰ ਤਾਂ ਪੈਸੇ ਲਾਉਂਦਾ ਫਿਰਦਾ, ਲੋਕਾਂ ਦੇ ਘਰੇ ਸ਼ੌਚਾਲਿਆ ਬਣਾਉਂਦਾ ਫਿਰਦਾ, ਪਰ ਉਰੇ ਹਾਲਾਤ ਇਹ ਨੇ ਵੀ ਚੰਡੀਗੜ੍ਹ 'ਚ ਤੁਸੀਂ ਕੋਈ ਵੀ ਵਾਸ਼ਰੂਮ ਯੂਜ਼, ਕੋਈ ਖਾਸ ਕਰ ਮਹਿਲਾ ਯੂਜ਼ ਕਰਦੀ ਆ ਤਾਂ ਮਹਿਲਾ ਨੂੰ 2 ਰੁਪਏ 5 ਰੁਪਏ ਦੇਣੇ ਪੈਂਦੇ ਨੇ। ਉਹ ਕਹਿੰਦੇ ਜੀ ਤੁਸੀਂ ਸੀਟ ਉਹ ਯੂਜ਼ ਕਰੀ ਹੈ ਜਿਹੜੀ ਕਿ ਫਲਸ਼ ਵਾਸਤੇ ਕਰਨੀ ਪੈਂਦੀ ਹੈ। ਤੁਹਾਡੀ ਸੁਮੇ ਜੀ ਗੱਲ ਬਿਲਕੁਲ ਠੀਕ ਹੈ कि केंद्र सरकार ने स्कीमां चलाइया, मोदी जी की बहुत अच्छी स्कीम चली है कि शौचालय हर घर शौचालय, और चंडीगढ़ से तुहानूं पता है कि ऑलरेडी मॉडर्न सिटी है, अस तां बल्कि 10 कदम होर आगे चल गए हैं कि असी इत्थे हर सैक्टर विच पब्लिक टॉयलेट्स और स्लम्स एरिया विच कम्युनिटी टॉयलेट्स असी बना के दिते, चाहे विलेजेस हैं चाहे स्लम एरिया है। हुण दिक्कत की है कि एक चंडीगढ़ जदा बने और ये पब्लिक टॉयलेट जदे बने हैं, मेरे किसी रेजिडेंट ने दसिया कि हस्बैंड वाइफ टॉयलेट यूज़ किया सैक्टर 17 का, और जब सैक्टर 17 का उन्होंने टॉयलेट यूज़ किया, हस्बैंड बाहर आए तो उन्होंने तो पैसे नहीं मंगे गए, पर जब उन्होंने वाइफ तो पैसे मंगे गए, वो 5 रुपये, 2 रुपये भी नहीं, 5 रुपये। तो उन्होंने बोला किससे ले, कहते यूरिनेशन, कहते तो यूरिनेशन तो मेरे हस्बैंड ने भी किया, उनका फ्री है, तो आप मेरे से क्यों ले रहे हैं।
ਅਬ ਚਲੋ ਉੱਥੇ ਉਹਨਾਂ ਦੀ ਬਹਿਸ ਹੋਈ, ਵਰਕਰ ਸੀਗੇ, ਉਹਨਾਂ ਜ਼ਿਆਦਾ ਬਹਿਸ नहीं कर सकते ਸੀ। दे केम डायरेक्टली टू मी, उन्होंने मैंने फ़ोन किया कि जोशी जी ये आपका वार्ड में सेक्टर 17 पड़ता है और उसमें ऐसी ऐसी घटना हमारे साथ हुई है, तो कृपया आप इस पर ज़रा देखें कि ये कहीं ना कहीं राइट टू इक्वेलिटी जो है, इन्फ्रिंजमेंट ऑफ कॉन्स्टिट्यूशनल राइट है। राइट टू इक्वेलिटी की बात की जाती है कि आदमी और औरत के बीच में कोई वो नहीं है आपस में, और वो एक बराबर हैं, इक्वल हैं। पर अनफॉर्चुनेटली चंडीगढ़ के अंदर यूरिन करने के लिए आदमी को पैसा नहीं देना और महिलाओं को पैसा देना पड़ रहा है, तो ये बहुत बड़ा मुद्दा है। मेरे भी पास आई पहली बार मुद्दा। अब देखिए ये पब्लिक टॉयलेट कब से चल रहे हैं, ਵੀ ਬਰਾਬਰੀ ਕਿੱਥੇ ਕਰਾਉਣੀ ਹੈ ਤੁਸੀਂ ਵਾਸ਼ਰੂਮਾਂ 'ਚ ਭੇਦਭਾਵ ਕਰਤਾ। भेदभाव करता बिल्कुल। ਹੁਣ 1997 ਚ ਕਾਰਪੋਰੇਸ਼ਨ ਬਣੀ ਹੋਈ ਹੈ, 2022 ਖੜਾ ਹੈ, ਐਂਡ ਦਿਸ ਇਸ਼ੂ ਇਜ਼ ਕਮਿੰਗ ਆਫਟਰ 20-25 ਇਅਰਸ। 25 ਸਾਲਾਂ ਬਾਅਦ ਇਹ ਇਸ਼ੂ ਆ ਰਿਹਾ ਹੈ। मतलब मैं हैरान होया। ਯਾਨੀ ਕਿ ਇਸ ਤੋਂ ਪਹਿਲਾਂ 5-5 ਰੁਪਏ ਮਹਿਲਾਵਾਂ ਦਿੰਦੀਆਂ ਰਹੀਆਂ ਚੁੱਪ ਕਰਕੇ। बिल्कुल ये चलता रहा। फिर मैं प्रश्न पाया जी, ਹੁਣ ਲਾਸਟ ਮੀਟਿੰਗ ਜਦ ਸਾਡੀ ਹੋਈ 425ਵੀਂ ਜਿਹੜੀ ਮੀਟਿੰਗ ਹੋਈ ਸੀਗੀ ਪਿਛਲੇ ਮਹੀਨੇ ਅਗਸਤ ਦੇ ਮਹੀਨੇ 'ਚ, ਉਸ 'ਚ ਮੈਂ ਪ੍ਰਸ਼ਨ ਪਾਇਆ। ਰਾਈਟ ਟੂ ਕੁਐਸਚਨ ਹੁੰਦਾ ਹੈ, ਐਮਸੀ ਵਿੱਚ ਪ੍ਰੋਵਾਈਡਡ ਹੈ, ਮੈਂ ਐਮਸੀ ਵਿੱਚ ਕੁਐਸਚਨ ਪਾਇਆ ਤੇ ਮੇਰਾ ਕੁਐਸਚਨ ਦਾ ਜਵਾਬ ਐਮਸੀ ਵੱਲੋਂ ਆਫੀਸ਼ੀਅਲਸ ਵੱਲੋਂ ਦਿੱਤਾ ਗਿਆ, ਜਿਹਦੇ ਵਿੱਚ ਛੱਡੇ ਕੁਐਸਚਨ 'ਚ ਮੈਂ ਲਿਖਿਆ ਸੀਗਾ ਕਿ ਮੈਨੂੰ ਇਹ ਦੱਸਿਆ ਜਾਵੇ, ਇਜ਼ ਇਟ ਟਰੂ ਦੈਟ ਫੀਮੇਲਸ ਹੈਵ ਟੂ ਪੇ ਫॉर ਯੂਜ਼ਿੰਗ ਦ WC ਸੀਟ ਫॉर यूरिनेशन, whereas it is free of cost for bales for urination in public toilets? ਉਹਨਾਂ ਨੇ ਬੜਾ ਸਮਾਰਟਲੀ ਜਵਾਬ ਦਿੱਤਾ, ਕਹਿੰਦੇ user has to pay charges for using WC rates are same for male and female, but urination is free of cost. ਇਹ WC ਵਾਲਾ ਦੱਸਿਓ, ਕਿਉਂਕਿ ਇਹ ਸਾਰੀ ਕਹਾਣੀ 'ਚ ਨਾ ਇਹੀ ਮੇਨ ਜੇ ਦੇਖਿਆ ਜਾਵੇ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਵੀ ਫਸਾਦ ਦੀ ਜੜਾ ਹੈ। WC ਕਰਕੇ ਹੀ ਕਿਤੇ ਨਾ ਕਿਤੇ ਜੈਂਟਸ ਨੂੰ ਦੇਣੇ ਨਹੀਂ ਪੈਂਦੇ ਤੇ ਮਹਿਲਾ ਨੂੰ ਦੇਣੇ ਪੈਂਦੇ। ਬਿਲਕੁਲ। ਮੈਂ ਜਦ ਸਟੱਡੀ ਕਰਨੀ ਸ਼ੁਰੂ ਕੀਤੀ ਕਿ what is the difference between the normal urination pot and WC seat, ਕਿ ਜਿਹੜਾ ਅਸੀਂ ਮੇਲ ਜਿਹੜੇ ਅਸੀਂ ਅੰਦਰ ਜਾਂਦੇ ਹਾਂ ਤੇ ਮੇਲ ਤਾਂ ਯੂਰੀਨੇਸ਼ਨ ਉਹ ਪੋਟ ਜਿਹੜਾ ਬਣਦਾ ਉਸ ਤੇ ਕਰਦਾ, ਲੇਕਿਨ ਜਿਹੜੀ ਲੇਡੀਜ਼ ਹੈ WC ਸੀਟ ਤੇ ਕਰਦੀਆਂ। ਮੈਨੂੰ ਲੱਗਿਆ WC ਸੀਟ ਹੈ ਕੀ ਹੈ। ਫਿਰ ਮੈਂ ਰਿਸਰਚ ਕੀਤੀ, ਮੇਰੀ ਟੀਮ ਨੇ ਰਿਸਰਚ ਕੀਤੀ, ਫਿਰ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਗਵਰਨਮੈਂਟ ਆਫ ਇੰਡੀਆ ਨੇ ਐਡਵਾਈਜ਼ਰੀ ਕੱਢੀ ਸੀਗੀ, ਇਹ ਐਡਵਾਈਜ਼ਰੀ ਔਨ ਪਬਲਿਕ ਐਂਡ ਕਮਿਊਨਿਟੀ ਟਾਇਲਟਸ। PT ਕਹਿੰਦੇ ਆ ਪਬਲਿਕ ਟਾਇਲਟ ਨੂੰ, ਕਮਿਊਨਿਟੀ ਟਾਇਲਟ CT ਕਹਿੰਦੇ ਆ। ਫਿਰ ਇਹਦੇ ਵਿੱਚ ਇਹ ਡੈਫੀਨੇਸ਼ਨ ਇਹਨਾਂ ਨੇ ਕਲੀਅਰ ਕੀਤੀ ਕਿ ਡੈਫੀਨੇਸ਼ਨ ਇਹਦੀ ਕੀ ਹੈ। WC ਦੇ ਬਾਰੇ ਇੱਥੇ ਲਿਖਿਆ ਹੋਇਆ ਵਾਟਰ ਕਲੋਜ਼ਟ ਫਲਸ਼ ਟਾਇਲਟ। ਦੇਖੋ ਸੁਮਿਤ ਜੀ, ਰੱਬ ਨੇ ਸਾਨੂੰ ਬਣਾਇਆ, ਔਰਤ ਵੀ ਰੱਬ ਨੇ ਬਣਾਇਆ, ਮਰਦ ਵੀ ਰੱਬ ਨੇ ਬਣਾਇਆ, ਬਲਕਿ ਹੁਣ ਅਸੀਂ ਥਰਡ ਕਹਿੰਦੇ ਟਰਾਂਸਜੈਂਡਰਸ, ਉਹ ਵੀ ਰੱਬ ਨੇ ਬਣਾਇਆ। ਔਰ ਰੱਬ ਦੀ ਦਿੱਤੀ ਹੋਈ ਚੀਜ਼ ਨੂੰ ਅਸੀਂ क्वेश्चन या डाउट नहीं कर सकते। संविधान बाबा साहब अंबेडकर जी ने बनाया तो उन्होंने राइट टू इक्वैलिटी दी, बराबर का हक दिता, और उसके बाद अमेंडमेंट होंदे ट्रांसजेंडर्स भी असी हुण साडे संविधान ने हक देता है। अनफॉर्चुनेटली 47 तो लेके 2022 तक साडी लेडीज़ तो यूरिनेशन के पैसे इसलिए लिते गए, मैं देसी भाषा च गल करा ना, यूरिनेशन मतलब पेशाब की गल कर रहा कि आदमी जिहड़ा पेशाब करूगा तो 1 रुपया नहीं दूगा, जनानियां पेशाब करनगियां तो उन्होंने पैसे देने पैणगे क्योंकि वो फ्लश टॉयलेट ਨੂੰ ਯੂਜ਼ ਕਰਦੇ। ਹੁਣ ਤੁਸੀਂ ਦੱਸੋ ਜਨਾਨੀਆਂ ਕਿਵੇਂ ਫਲਸ਼ ਟਾਇਲਟ ਦੇ ਬਗੈਰ ਸਿਸੂ ਇਹ ਤਾਂ ਕਹਿ ਸਕਦੇ ਆ ਵੀ ਜੇ ਕਾਗਜ਼ੀ ਭਾਸ਼ਾ ਦੇ ਵਿੱਚ ਗੱਲ ਕਰੀਏ ਜਾਂ ਬੈਕਡ੍ਰੌਪ ਤੇ ਗੱਲ ਕਰੀਏ ਵੀ ਅਫਸਰਾਂ ਨੇ ਵੀ ਬਣਾਉਣ ਵਾਲਿਆਂ ਨੇ ਇਹ ਗੱਲ ਕਰਤੀ ਵੀ ਜਾਂ ਤਾਂ ਫਿਰ ਲੇਡੀਜ਼ ਹੈ ਉਹ ਵੀ ਖੜ ਕੇ ਪਿਸ਼ਾਬ ਕਰੇ ਤੇ ਜੈਂਟਸ ਦੇ ਵਾਂਗੂ, ਤੇ ਜਿਹੜੀ ਕਿ ਅਲਾਉ ਹੋ ਹੀ ਨਹੀਂ ਸਕਦੀ ਹੈਗੀ, ਜਿਹੜੀ ਕਿ ਉਹਦੇ ਖੁਦ ਦੇ ਬੱਸ ਦੇ ਵਿੱਚ ਨਹੀਂ ਹੈਗਾ। ਜੇ ਉਹ ਜੇ ਕਹੀਏ ਬੈਠ ਕੇ ਕਰ ਰਹੀ ਹੈ ਤਾਂ ਉਸ ਚੀਜ਼ ਦਾ ਫਿਰ ਤੁਸੀਂ ਫਾਇਦਾ ਉਠਾ ਰਹੇ ਹੋ, ਤੁਸੀਂ ਪੈਸੇ ਵਸੂਲ ਕਰ ਰਹੇ ਹੋ। ਸਰ ਮੋਦੀ ਸਰਕਾਰ ਗਵਰਨਮੈਂਟ ਆਫ ਇੰਡੀਆ ਇਜ਼ ਵੈਰੀ ਮਚ ਕਲੀਅਰ ਔਨ ਦਿਸ ਪੁਆਇੰਟ। ਉਹਨਾਂ ਦੇ ਦਿਮਾਗ 'ਚ ਕੋਈ ਐਂਬੀਗਿਊਟੀ ਨਹੀਂ ਹੈ, ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਅਫਸਰ ਬੈਠੇ ਆ ਉਹਨਾਂ ਦੇ ਦਿਮਾਗ ਦੀ ਇਹ ਹੈਗੀ ਕੋਲ। ਮੈਂ ਕਿਵੇਂ ਕਹਿ ਰਿਹਾ, ਇਹ 2018 ਦੀ ਐਡਵਾਈਜ਼ਰੀ ਦਿੱਤੀ ਹੋਈ ਹੈ ਅਰਬਨ ਲੋਕਲ ਬਾਡੀਜ਼ ਨੂੰ। ਇਹਦਾ 5.2 ਕਲੌਜ਼ ਵਿੱਚ ਯੂਜ਼ਰ ਚਾਰजेस ਬਾਰੇ ਦੱਸਿਆ ਗਿਆ। ਹੁਣ 5.2 ਚ ਉਹਨਾਂ ਨੇ ਲਿਖਿਆ ਹੈ no charges for usage of urinals in all public toilet community toilet facilities, no charges for usage of urinals। ਇੱਥੇ ਦੇਤਾ ਕਿ ਤੁਸੀਂ ਯੂਰੀਨਲ ਦਾ ਪਿਸ਼ਾਬ ਕਰਨ ਦਾ ਕੋਈ ਚਾਰजेस ਨਹੀਂ ਲੈਣੇ। ਹੋਰ ਤਾਂ ਹੋਰ ਤੁਸੀਂ, ਮੈਂ ਹੋਰ ਅੱਗੇ ਜਾ ਰਿਹਾ, ਮੈਂ ਇਹਨਾਂ ਤੋਂ ਮੰਗੇ ਕਿ ਮੈਨੂੰ MOU ਦਿਓ ਜਿਹੜੇ ਪਬਲਿਕ ਟਾਇਲਟਸ ਨੂੰ ਚਲਾ ਰਹੇ ਨੇ। ਚੰਡੀਗੜ੍ਹ ਕਾਰਪੋਰੇਸ਼ਨ ਦੇ ਅੰਦਰ ਇਹ ਪਬਲਿਕ ਟਾਇਲਟਸ ਨੂੰ ਤੇ ਕਮਿਊਨਿਟੀ ਟਾਇਲਟਸ ਨੂੰ 3 ਲੋਕ ਚਲਾ ਰਹੇ ਨੇ। ਇੱਕ ਹੈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ, ਸੈਕੰਡ ਇਜ਼ ਮਾਰਕੀਟ ਵੈਲਫੇਅਰ ਐਸੋਸੀਏਸ਼ਨਸ, ਔਰ ਤੀਜੀ ਹੈਗੀ ਹੈ ਜਿਹੜੀ ਏਜੰਸੀਜ਼ ਹੈ ਜਿਨ੍ਹਾਂ ਨੂੰ MC ਹਾਇਰ ਕਰਦੀ ਹੈ, ਉਹਨਾਂ ਨੂੰ ਪੈਸੇ ਦਿੰਦੀ ਹੈ ਚਲਾਉਣ ਲਈ, ਮੇਨਟੇਨੈਂਸ ਐਂਡ ਕਹੀਏ ਕੋਈ ਪ੍ਰਾਈਵੇਟ ਏਜੰਸੀ ਜਿਵੇਂ ਕਿ ਮੈਂ ਜਾ ਕੇ ਕੰਟਰੈਕਟ ਲੈ ਲਾਂ, ਠੇਕੇਦਾਰ, ਸਿੱਧੀ ਭਾਸ਼ਾ 'ਚ ਠੇਕੇਦਾਰ। ਹੁਣ ਇਹ
ਐਗਰੀਮੈਂਟ ਜਿਹੜਾ MOU ਸਾਈਨ ਕਰਦੀ ਹੈ ਮਿਊਨਿਸਪਲ ਕਾਰਪੋਰੇਸ਼ਨ, ਉਹਦਾ ਕਲੌਜ਼ 33 ਉਹਦੇ ਵਿੱਚ ਖੁਦ ਲਿਖਿਆ ਹੋਇਆ ਇਹਨਾਂ ਨੇ ਇਹ ਚਾਰजेस ਬਾਰੇ ਕਿਹਾ ਹੈ। ਹਾਊਐਵਰ ਯੂਰੀਨੇਸ਼ਨ ਵਿਲ ਬੀ ਫ੍ਰੀ ਆਫ ਕਾਸਟ ਫॉर ਬੋਥ ਮੇਲ ਐਂਡ ਫੀਮੇਲ। ਖੁਦ ਹੀ ਲਿਖ ਕੇ ਦੇ ਰਹੇ ਨੇ ਤੇ ਖੁਦ ਹੀ ਉਸ ਚੀਜ਼ ਨੂੰ ਪ੍ਰੋਟੈਕਟ ਵੀ ਕੀਤਾ ਹੈ। ਹਾਂ, ਮੈਂ ਜਦ ਜਵਾਬ ਮੰਗਿਆ ਤੇ ਇਹਨਾਂ ਨੇ ਸਮਾਰਟਲੀ ਜਵਾਬ ਦਿੱਤਾ। ਇਹਨਾਂ ਨੇ ਸਮਾਰਟਲੀ ਕੀ ਜਵਾਬ ਦਿੱਤਾ? ਯੂਜ਼ਰ ਹੈਜ਼ ਟੂ ਪੇ ਚਾਰजेस ਫॉर ਯੂਜ਼ਿੰਗ WC ਰੇਟਸ ਆਰ ਸੇਮ ਫॉर ਮੇਲ ਐਂਡ ਫੀਮੇਲ। ਉਹ ਭਲੇ ਮਾਨਸੋ, ਥੋੜਾ ਤਾਂ ਸ਼ਰਮ ਕਰੋ। ਤੁਸੀਂ ਇੰਨੀ ਵੱਡੀਆਂ ਡਿਗਰੀਆਂ ਲੈ ਕੇ ਆਏ ਹੋ, ਇੰਜੀਨੀਅਰਿੰਗ ਕਰਕੇ ਆਏ ਹੋ, ਤੇ ਇੰਜੀਨੀਅਰਿੰਗ ਕਰਨ ਲਈ ਚੰਡੀਗੜ੍ਹ ਚ ਆ ਕੇ ਵੱਡੇ ਵੱਡੇ ਪ੍ਰੋਜੈਕਟ ਕਰਨੇ ਸੀ, ਤੁਸੀਂ ਇਹ ਯੂਨੀਵਰਸਿਟੀ 'ਚ ਫਸ ਗਏ ਯਾਰ। ਔਰ ਉਹ ਵੀ ਤੁਸੀਂ ਇੱਕ ਮੈਂ ਪੱਕਾ ਕਿਸੇ ਲੇਡੀ ਨੇ ਤਾਂ ਬਣਾਇਆ ਨਹੀਂ ਹੋਣਾ, ਇਹ ਮੇਲ ਨੇ ਬਣਾਇਆ ਹੋਣਾ। ਅਗਰ ਲੇਡੀ ਨੇ ਬਣਾਇਆ ਹੁੰਦਾ ਉਹ ਇਦਾਂ 2 ਮਿੰਟ ਚ ਕਰਦੀ ਕਿ ਯਾਰ ਯੂਰੀਨੇਸ਼ਨ ਵੈਦਰ ਔਨ WC ਸੀਟ ਇਟ ਵਿਲ ਬੀ ਅ ਫ੍ਰੀ ਆਫ ਕਾਸਟ। ਇੰਨਾ ਜਿਹਾ ਪੁਆਇੰਟ ਲਿਖਣਾ ਸੀਗਾ ਔਰ ਤੁਸੀਂ ਇਹ ਪੁਆਇੰਟ ਨਹੀਂ ਉੱਥੇ ਲਿਖਿਆ। ਔਰ ਇੱਕ ਤਰਫ ਤੁਸੀਂ ਕਹਿ ਰਹੇ ਹੋ ਕਿ ਯੂਰੀਨੇਸ਼ਨ ਫ੍ਰੀ ਹੈ। ਅਗਰ ਯੂਰੀਨੇਸ਼ਨ ਫ੍ਰੀ ਹੈ ਔਰ WC ਸੀਟ ਤੇ ਜਨਾਨੀ ਬਹਿ ਕੇ ਫਲਸ਼ ਟਾਇਲਟ ਤੇ ਬਹਿ ਕੇ ਕਰ ਰਹੀ ਹੈ, ਤੁਸੀਂ ਉਸ ਤੋਂ ਪੈਸੇ ਕਿਵੇਂ ਲੈ ਰਹੇ ਹੋ? ਕਮਾਲ ਦੀ ਗੱਲ ਤਾਂ ਇਹ ਦੇਖੋ ਵੀ ਦੋ ਸ਼ਬਦਾਂ ਦੀ ਖੇੜੀ ਕਹੀ ਹੈ। ਚਲੋ ਫਲਸ਼ ਸੀਟ ਕਹਿ ਲੈਂਦੇ ਆਪਾਂ ਅਮੂਮਨ ਤੌਰ ਤੇ ਆਮ ਭਾਸ਼ਾ ਦੇ ਵਿੱਚ ਜਦੋਂ ਆਉਂਦਾ ਹੈ। WC ਅਫਸਰਾਂ ਦੀ ਭਾਸ਼ਾ ਜੇ ਕਹਿ ਲਈਏ ਤਾਂ ਇੱਕ ਅੰਗਰੇਜ਼ੀ ਦੇ ਸ਼ਬਦ ਨੇ ਸਾਰਾ ਬਖੇੜਾ ਖੜਾ ਕਰਤਾ। ਤੇ ਉਹਦੇ ਤੇ ਇੱਕ ਚੀਜ਼ ਹੋਰ ਦੱਸੋ ਕਿ ਇਹ ਸੀਟ ਤੇ ਜੇ ਇੰਨਾ ਕੁ ਲਿਖਣ ਨਾਲ 5 ਰੁਪਏ ਕੋਈ ਲੇਡੀ ਦੇ ਰਹੀ ਹੈ, ਇਹਦੇ 'ਚ ਫਾਇਦਾ ਕਿਹਨੂੰ ਹੋ ਰਿਹਾ ਹੈ? ਪ੍ਰਸ਼ਾਸਨ ਦੇ ਖਾਤੇ ਕੋਲ ਜਾ ਰਿਹਾ ਹੈ। ਮੈਂ ਤੁਹਾਡੇ ਸਕੂਲ ਪੰਜਾਬ ਦੇ ਮਾਧਿਅਮ ਤੋਂ ਸਾਰੀ ਚੰਡੀਗੜ੍ਹ ਦੀ ਜਨਤਾ ਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਹੁਣ ਅਗਰ ਕਿਸੇ ਵੀ ਕਾਰਪੋਰੇਸ਼ਨ ਦੇ ਪਬਲਿਕ ਟਾਇਲਟ ਜਾਂ ਕਮਿਊਨਿਟੀ ਟਾਇਲਟ ਤੁਸੀਂ ਯੂਜ਼ ਕਰਦੇ ਹੋ, ਚਾਹੇ ਮਾਰਕੀਟ ਵਿੱਚ ਯੂਜ਼ ਕਰਦੇ ਹੋ, ਚਾਹੇ ਤੁਸੀਂ ਆਪਣੇ ਗਾਰਡਨਸ ਵਿੱਚ ਯੂਜ਼ ਕਰਦੇ ਹੋ, ਪਾਰਕਸ ਵਿੱਚ ਯੂਜ਼ ਕਰਦੇ ਹੋ, ਤੁਹਾਨੂੰ 1 ਰੁਪਿਆ ਯੂਰੀਨੇਸ਼ਨ ਦਾ ਨਹੀਂ ਦੇਣਾ। ਔਰ ਯੂਰੀਨੇਸ਼ਨ ਦੇ ਚਾਰजेस ਵੀ ਦਿੱਤੇ ਗਏ हैं, not for urination, for excretion, for toilet also। ਉਹ 2 ਰੁਪਏ ਹੈ, 5 ਰੁਪਏ ਤਾਂ ਹੈ ਹੀ ਨਹੀਂ ਕਦੇ। ਇਹ ਦੇਖੀਏ 2 ਲਿਖਿਆ ਹੈ, 5 ਰੁਪਏ ਸਿਰਫ ਨਾਮ ਦਾ ਹੈ। ਔਰ ਮੈਨੂੰ ਹੁਣ ਪਤਾ ਲੱਗਿਆ ਜਦ ਇਹ ਮੈਂ ਮੁੱਦਾ ਚੱਕਿਆ, ਕਈ ਕਹਿੰਦੇ 10 ਦੇਈ ਜਾਂਦੇ ਨੇ। ਬਿਲਕੁਲ, ਉਹ ਮੈਨੂੰ ਦੱਸਿਆ ਕਈ ਨੇ, ਕਹਿੰਦੇ ਜੀ ਤੁਸੀਂ 10 ਕਹਿ ਰਹੇ ਹੋ, ਮੈਨੂੰ ਤਾਂ ਪਤਾ ਲੱਗਿਆ ਕਿ ਬੱਸ ਸਟੈਂਡ ਦੇ ਅੰਦਰ ਤਾਂ ਕਹਿੰਦੇ 10 ਰੁਪਏ ਤਾਂ 20 ਰੁਪਏ ਦੇ ਰਹੇ ਹਾਂ ਅਸੀਂ। 20 ਰੁਪਏ ਨਾਮ ਦੇ, 10 ਰੁਪਏ ਟਾਇਲਟ ਦੇ, ਕਿਉਂਕਿ ਇਹ ਚੀਜ਼ ਦੀ ਨਾ ਤਾਂ ਕੋਈ ਰਸੀਦ ਦਿੰਦਾ ਨਾ ਕੋਈ ਮੰਗਦਾ। ਐਗਜ਼ੈਕਟ, ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਅਲਟੀਮੇਟਲੀ ਮੈਂ ਇੱਕ ਗੱਲ ਕਹਾਂ ਕਿ ਇਹ ਸਾਰੀ ਦੀ ਸਾਰਾ ਜਿਹੜਾ ਝੋਲਾ ਪਿਆ ਹੈ, ਜਿਹੜਾ ਸਾਰਾ ਪੰਗਾ ਪਿਆ ਹੈ, ਉਹ ਪੰਗਾ ਪਿਆ ਹੈ ਜਿਹੜੇ ਬਹੁਤ ਪੜ੍ਹੇ ਲਿਖੇ ਲੋਕਾਂ ਨੇ ਇਹ ਐਗਰੀਮੈਂਟ ਬਣਾਇਆ। WC ਸੀਟ, ਫਲਸ਼ ਟਾਇਲਟ, ਬਈ ਕਿਆ ਸਿੱਧੀ ਜੀ ਗੱਲ ਕਰਦੇ ਹੈ। ਔਰ ਇੱਕ ਤਰਫ ਮੋਦੀ ਗਵਰਨਮੈਂਟ ਕਹਿ ਰਹੀ ਹੈ ਅਸੀਂ ਫ੍ਰੀ ਆਫ ਕਰਨਾ ਹੈ, ਓਪਨ ਡੈਫੀਕੇਸ਼ਨ ਫ੍ਰੀ ਬਣਾਉਣਾ ਹੈ, ODF ਫ੍ਰੀ ਬਣਾਉਣੀ ਸਾਰੀ ਸਿਟੀਜ਼ ਨੂੰ, ਔਰ ਤੁਸੀਂ ਦੂਜੀ ਤਰਫ ਇਹ ਪੈਸੇ ਲੈ ਰਹੇ ਹੋ। ਉਹਨਾਂ ਨੇ ਕਿਹਾ ਪੈਸੇ ਇੰਨੇ ਵੀ ਨਹੀਂ ਲੈਣੇ ਤਾਂ ਕਿ ਇਹ ਪਬਲਿਕ ਵੈਲਫੇਅਰ ਦਾ ਹੈ। ਔਰ ਚੰਡੀਗੜ੍ਹ 'ਚ ਕਿਹੜਾ ਘੱਟ ਹੈ? 2 ਰੁਪਏ ਲੈ ਕੇ ਤੁਸੀਂ ਕਿਹੜਾ ਬਜਟ ਵਧਾ ਲੋਗੇ? ਪਹਿਲਾਂ ਮੈਨੂੰ ਦੱਸੋ। ਬਾਕੀ ਗੱਲਾਂ ਛੱਡ ਦਿਓ, ਇਹ ਜਿਹੜੇ ਮਹਾਨ ਪੁਰਸ਼ ਨੇ 2 ਰੁਪਏ 5 ਰੁਪਏ ਰੱਖੇ ਨੇ, ਮੈਂ ਉਸ ਤੋਂ ਹੀ ਸਵਾਲ ਪੁੱਛਦਾ ਹਾਂ ਕਿ ਮੈਨੂੰ ਇਹਨਾਂ ਦੱਸ ਦਿਓ ਕਿ ਕਿੰਨੇ ਦਿਨ ਦੇ ਟਾਇਲਟ ਹੁੰਦੇ ਆ ਤੇ ਕਿੰਨੇ ਬੰਦੇ ਨਹਾਉਂਦੇ ਆ, ਤੇ ਮਹੀਨੇ 'ਚ ਕਿੰਨਾ ਪੈਸਾ ਇਕੱਠਾ ਤੁਸੀਂ ਕਰ ਲਿਆ, ਤੇ ਸਾਲ ਦਾ ਕਿੰਨਾ ਪੈਸਾ ਤੁਸੀਂ ਇਕੱਠਾ ਕਰ ਲਿਆ ਜਿਹੜਾ ਤੁਸੀਂ ਇਹ ਰੇਟ ਲਾਏ। ਉਲਟਾ ਜੇ ਦੇਖਿਆ ਜਾਵੇ ਜਿਹੜੀ ਚੀਜ਼ ਜੇ ਕਿਹਾ ਜਾਵੇ ਕਿ ਜਿਵੇਂ ਇਹਨਾਂ ਦੇ ਮੇਨਟੇਨੈਂਸ ਵਾਸਤੇ ਹੈ ਜਿਹੜਾ ਆਪ ਜਿਹੜਾ MC ਪੈਸਾ ਖਰਚ ਕਰਦਾ ਹੈ, ਉਹੀ ਤਾਂ ਮੈਂ ਹੈਰਾਨ ਹੋ ਰਿਹਾ। ਇਹ ਅਸੀਂ ਪੈਸੇ ਦੇ ਰਹੇ ਹਾਂ, ਮੇਨਟੇਨੈਂਸ ਕਰ ਦੋ, ਉਲਟਾ ਫਿਰ ਲੈ ਕੇ ਮੇਨਟੇਨੈਂਸ ਆਪਰੇਸ਼ਨ ਦਾ, ਔਰ ਉੱਪਰੋਂ ਤੁਸੀਂ ਕਹਿ ਰਹੇ ਪੈਸੇ ਵੀ ਲਓ। ਜਾਂ ਤਾਂ ਹੁੰਦਾ ਕਿ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਰਨ ਕਰਨਾ ਹੈ ਔਰ ਜੋ ਤੁਸੀਂ ਪੈਸੇ ਕਮਾਓਗੇ ਤੁਸੀਂ ਉਸ ਤੇ ਮੇਨਟੇਨ ਤੇ ਆਪਰੇਟ ਕਰਨਾ ਹੈ। 30,000 ਰੁਪਏ ਦੇ ਰਹੇ ਹਾਂ ਜੀ ਇੱਕ ਟਾਇਲਟ ਦਾ, ਉਹ ਵੀ ਮੈਂ ਵੇਰਵਾ ਮੰਗਿਆ ਇਹਦੇ ਅੰਦਰ ਹੈ। ਇੱਕ ਜਗ੍ਹਾ ਦਾ 60,000 ਰੁਪਏ ਦੇ ਰਹੇ ਹਾਂ ਟਾਇਲਟ ਦਾ, ਔਰ ਇੱਕ ਏਜੰਸੀ 40 ਟਾਇਲਟ ਹੈ ਉਹਦੇ ਕੋਲ। ਤੁਹਾਨੂੰ ਪਤਾ ਉਹ 40 ਟਾਇਲਟ ਦਾ ਠੇਕਾ ਉਹਨੂੰ ਕਿਹਦੇ 'ਚ ਦਿੱਤਾ ਹੈ? 1 ਸਾਲ ਦਾ 2 ਕਰੋੜ ਦਾ ਜੀ। ਔਰ 40 ਸੋਚ ਵੀ ਨਹੀਂ ਸਕਦਾ, ਕੋਈ ਸੋਚ ਨਹੀਂ ਸਕਦਾ। 40 ਮਤਲਬ 40 ਟਾਇਲਟ 2 ਕਰੋੜ ਰੁਪਏ ਸਾਲ ਦਾ, ਤੇ ਉੱਪਰੋਂ ਉਤੋਂ 2 ਰੁਪਏ 5 ਰੁਪਏ 10 ਰੁਪਏ 20 ਰੁਪਏ ਦੀ ਕਹਾਣੀ 'ਚ ਪਈ ਹੋਈ। ਸੋ ਇਹ ਬੜਾ ਬਹੁਤ ਵੱਡਾ ਮੇਰੇ ਸਾਹਮਣੇ ਨਿਕਲ ਕੇ ਆਇਆ। ਗੱਲ ਤਾਂ ਵੈਸੇ ਨਿਕਲ ਕੇ ਆਈ ਸੀ ਮਹਿਲਾ ਦੀ, ਲੇਕਿਨ ਉਹ ਦੂਜੀ ਗੱਲ ਹੈ, ਮੈਂ ਉਸ ਗੱਲ ਤੇ ਨਹੀਂ ਆਵਾਂਗਾ। ਲੇਕਿਨ ਕਿਤੇ ਨਾ ਕਿਤੇ ਇਹ ਵੀ ਮੈਨੂੰ ਕਪਲੇ ਦਾ ਇੱਕ ਪਰ ਹੁਣ ਕੁੱਲ ਮਿਲਾ ਕੇ ਜੋ ਸੌਰਵ ਜੀ, ਜੇ ਤੁਹਾਡੀ ਗੱਲ ਸੁਣ ਕੇ ਜੇ ਉੱਥੇ ਕੱਲ੍ਹ ਨੂੰ ਜਨਾਨੀਆਂ ਅੱਗੇ ਲੜ ਪਈਆਂ ਤਾਂ ਫਿਰ ਉਹਦੇ ਵਿੱਚ ਜੇ ਕਾਨੂੰਨੀ ਪੱਖ 'ਚ ਕੱਲ੍ਹ ਨੂੰ ਜਾਣਾ ਪੈ ਗਿਆ, ਫਿਰ ਉਹਨਾਂ ਕੋਲ ਬਚਾਓ ਹੈਗਾ? ਕਿਤੇ ਇਹਦੇ ਵਿੱਚ ਇਹ ਨਾ ਹੋਵੇ ਵੀ ਲੋਕ ਤੁਹਾਡੀ ਗੱਲ ਸੁਣ ਕੇ ਸਟੈਂਡ ਵੀ ਲੈ ਜਾਣ ਤੇ ਕੱਲ੍ਹ ਨੂੰ ਉਹਨਾਂ ਨੂੰ ਵਿਪਤਾ ਖੜੀ ਹੋ ਜੇ। ਦੇਖੋ ਜੀ, ਮੈਂ ਜਿੱਥੇ ਤੇ ਗੱਲ ਕਰਦਾ ਕਿ ਵਿਪਦਾ ਕੋਈ ਨਹੀਂ ਖੜੀ ਹੈਗੀ। ਇਹਦੇ ਵਿੱਚ ਦਿੱਤਾ ਹੈ ਤੁਸੀਂ ਲੇਡੀਜ਼ ਨੂੰ ਆਪਣੇ ਹੱਕ ਲਈ ਖੜਨਾ ਚਾਹੀਦਾ ਹੈ, ਔਰ ਸੌਰਵ ਤੁਹਾਡੇ ਨਾਲ ਖੜਾ ਹੈ। ਔਰ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੇ ਵਿੱਚ ਯੂਰੀਨੇਸ਼ਨ ਫ੍ਰੀ ਆਫ ਕਾਸਟ ਹੈ। ਤੁਸੀਂ ਆਪਾਂ ਆਪਣੇ ਹੱਕ ਲਈ ਲੜਨਾ ਸ਼ੁਰੂ ਕਰੋ, ਕਿਉਂਕਿ ਅੱਗੇ ਹੀ ਮਹਿਲਾਵਾਂ ਨੂੰ ਬਹੁਤ ਦਬਾਉਂਦੇ ਆਏ ਹਾਂ। ਅਸੀਂ ਇਸ ਸਮਾਜ ਤੋਂ ਹੋਰ ਨਹੀਂ ਦਬਣਾ, ਔਰ ਅਗਰ ਇਹ ਪ੍ਰਸ਼ਾਸਨ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ।
ਕਹਿ ਸਕਦੇ ਆ ਕਿ ਦੇਖੋ ਬੜੀ ਜੇ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਪੜ੍ਹਿਆ ਲਿਖਿਆ ਬੰਦਾ ਕਈ ਵਾਰ ਸਲਾਹ ਬਹੁਤ ਵਧੀਆ ਦਿੰਦਾ ਹੈ, ਲਿਖਦਾ ਵੀ ਬਹੁਤ ਵਧੀਆ ਹੈ, ਪਰ ਦੇਖਿਆ ਜਾਵੇ ਜਿਆਦਾ ਪੜ੍ਹਾਈ ਲਿਖਾਈ ਵੀ ਕਿਵੇਂ ਮਾਰ ਪਾ ਦਿੰਦੀ ਹੈ, ਕਈ ਵਾਰੀ ਦੂਜਿਆਂ ਵਾਸਤੇ ਵਿਪਤਾ ਖੜੀ ਕਰ ਦਿੰਦੀ ਹੈ। ਉਹ ਇਹ ਚੀਜ਼ ਦੀ ਹੈ WC। ਹੁਣ WC ਪਹਿਲੀ ਗੱਲ ਤਾਂ ਜੇ ਕਹੀਏ ਕਿ ਸਿੱਧੀ ਜੀ ਗੱਲ ਹੈ ਕਿ ਇਹ ਤਾਂ ਚਲੋ ਵਕੀਲ ਨੇ ਤੇ ਦੂਜੇ ਪਾਸੇ MC ਨੇਗੇ, ਪੜ੍ਹੇ ਲਿਖੇ ਨੇ, ਪਤਾ ਲੱਗ ਜਾਂਦਾ। ਹੁਣ ਆਮ ਬੰਦੇ ਨੂੰ ਜੇ ਬਾਹਰ ਤੁਸੀਂ WC ਲਿਖ ਵੀ ਦਿਓ ਤਾਂ ਉਹਦੇ ਕੋਈ ਪੱਲੇ ਨਹੀਂ ਪੈਂਦੀ ਕਹਾਣੀ। ਪਰ ਇੰਨਾ ਜ਼ਰੂਰ ਹੈ ਕਿ ਆਖਰਕਾਰ ਇੱਕ ਪਾਸੇ ਤਾਂ ਮਿਊਨਿਸਪਲ ਕਾਰਪੋਰੇਸ਼ਨ ਹੈ ਜਿਹੜੀ ਉਹ ਪੈਸਾ ਖਰਚ ਕਰ ਰਹੀ ਹੈ, 2 ਕਰੋੜ ਰੁਪਇਆ ਲਾ ਰਹੀ ਹੈ 40 ਜਿਹੜੇ ਨੇ ਕਿ ਇਹ ਸੈਂਟਰ ਬਣੇ ਹੋਏ ਨੇ। ਦੂਜੇ ਪਾਸੇ ਦੇਖੀਏ ਤਾਂ ਪੈਸੇ ਵੀ ਲਏ ਜਾ ਰਹੇ ਨੇ। ਫਿਰ ਕਹਾਣੀ ਸਮਝ ਨਹੀਂ ਲੱਗੀ ਕਿ ਆਖਰ ਇਹ 2 ਲਾਈਨਾਂ ਲਿਖ ਕੇ ਜਾਂ ਕੀ ਕਿ 2 ਸ਼ਬਦ ਲਿਖ ਕੇ ਕੀਤਾ ਕੀ, ਕਿਉਂਕਿ ਕੇਂਦਰ ਸਰਕਾਰ ਤਾਂ ਕਹਿੰਦੀ ਥੱਕ ਗਈ ਕਿ ਆਖਰਕਾਰ ਸ਼ੌਚਾਲਿਆ ਵਾਸਤੇ ਸਾਥੋਂ ਵੀ ਪੈਸੇ ਲੈ ਲਓ ਪਰ ਬਾਹਰ ਨਾ ਕਰੋ। ਵੀਡੀਓ ਜਰਨਲਿਸਟ ਮੋਹਨ ਦੇ ਨਾਲ ਸਮੀਤ ਸਿੰਘ, ਸਕਰੋਲ ਪੰਜਾਬ, ਚੰਡੀਗੜ੍ਹ।